Polity. Father of polity is Aristotle. Father of Indian Constitution is Dr. B.R. Ambedkar, जिन्हों ने 60 कंट्रीज का कॉन्स्टिट्यूशन रीड किया ਸੀ। Father of polity and father of Indian Constitution both are different. Total pages total pages in Indian Constitution is 241 and weight of the book of the Constitution is 3.5 kg. Total words in Indian Constitution is 1,45,000. Total cost is 64 lakh. Total copies of Indian Constitution is 16. First Indian Constitution wrote in English handwriting. Calligrapher of the Constitution in English handwriting is Prem Bihari Narayan Raizada. And calligrapher of Indian Constitution in Hindi version was Basant Krishan Vide. Decorate Indian Constitution Ram Manohar Sinha and Nand Lal Bose. Ram Manohar Sinha and Nand Lal Bose. 26 November 2024, Draupadi Murmu decided to write our constitution in Sanskrit and Maithili also. Okay, then we come to Lahore session. Lahore session 1929. What was the Lahore session 1929? INC president. It means Indian National Congress President Pandit Jawaharlal Nehru demand dominant status. It's mean Puran Swaraj. Demand on 19 December 1929, but rejected. But then Pandit Jawaharlal Nehru declared Puran Swaraj by its own, and in the same month 31st December 1929, Pandit Jawaharlal Nehru unfurling flag at the river of Ravi, bank of river Ravi. Then India celebrate its first independence in 26 January 1930. First complete independence, first demand by Maulana Hasrat Mohini. National flag. National flag was designed by Pingle Venkaiah. In 2 April 1931, INC adopted national flag. 2 April 1931, INC adopted national flag. मतलब ਕੀ ਹੋਇਆ ਸੀ 1930 ਦੇ ਵਿੱਚ ਸਾਨੂੰ ਇੰਡੀਪੈਂਡੈਂਸ ਮਿਲ ਗਈ 26 ਜਨਵਰੀ 1930 ਨੂੰ ਆਪਾਂ ਨੇ ਆਪਣੀ ਇੰਡੀਪੈਂਡੈਂਸ ਮਨਾ ਲਈ ਬਟ ਕੀ ਹੋਇਆ ਕਿ ਉਸ ਤੋਂ ਅਗਲੇ ਸਾਲ 2 ਅਪ੍ਰੈਲ 1931 INC ਨੇ ਵੀ ਅਡੋਪਟ ਕਰ ਲਿਆ ਆਪਣੇ ਨੈਸ਼ਨਲ ਫਲੈਗ ਨੂੰ ਠੀਕ ਹੈ ਰਿਪਲੇਸ ਇਹਨਾਂ ਨੇ ਕੀ ਕੀਤਾ ਰਿਪਲੇਸ ਚਰਖਾ ਟੂ ਅਸ਼ੋਕ ਚੱਕਰਾ ਔਨ ਫਲੈਗ ਕਦੋਂ ਕੀਤਾ ਸੀ 22 ਜੁਲਾਈ 1947 ਜਦੋਂ ਆਪਾਂ ਨੂੰ ਇੰਡੀਪੈਂਡੈਂਸ ਮਿਲਣੀ ਸੀ ਇਹਨਾਂ ਨੇ ਸੋਚਿਆ ਕਿ ਚਲੋ ਹੁਣ ਆਪਾਂ ਫਲੈਗ ਦਾ ਇਹ ਵੀ ਚੇਂਜ ਕਰ ਦਿੰਦੇ ਹਾਂ ਉਸ ਤੋਂ ਪਹਿਲਾਂ ਤਾਂ ਚਰਖਾ ਚੱਲਦਾ ਆ ਰਿਹਾ ਸੀ ਐਂਡ ਜੋ ਅਸ਼ੋਕ ਚੱਕਰ ਹੈ ਉਹ ਡਿਜ਼ਾਈਨ ਕਿਹਨੇ ਕੀਤਾ ਸੀ Constitution Assembly adopted national flag on 22 July 1947 ਜਿਹੜੀ ਕੰਸਟੀਟਿਊਸ਼ਨ ਅਸੈਂਬਲੀ ਹੈ ਉਹ ਪਹਿਲਾਂ ਤਾਂ ਬਣੀ ਨਹੀਂ ਸੀ ਹੁਣ ਬਣੀ ਹੈ ਨਾ ਆ ਕੇ ਤਾਂ ਕਰਕੇ ਜਿਹੜੀ ਕੰਸਟੀਟਿਊਸ਼ਨ ਅਸੈਂਬਲੀ ਹੈ ਉਸਨੇ ਵੀ ਕੀ ਕੀਤਾ 22 ਜੁਲਾਈ 1947 ਨੂੰ ਹੀ ਅਡੋਪਟ ਕੀਤਾ ਦੈਨ ਹੁਣ ਆਪਣੀ ਆਜ਼ਾਦੀ ਹੋਣ ਵਾਲੀ ਹੈ ਹੁਣ ਕੀ ਹੋਊਗਾ ਜਿਹੜੇ ਅੰਗਰੇਜ਼ਾਂ ਦੇ ਲਾਸਟ ਵਾਇਸਰੋਏ ਸੀ ਮਾਊਂਟ ਬੇਟਨ ਉਹ ਕਹਿੰਦੇ ਹੁਣ ਸਾਨੂੰ ਜਾਣਾ ਪੈਣਾ ਉਹਨਾਂ ਨੇ ਇੱਕ ਪਲਾਨ ਦਿੱਤਾ ਪਲਾਨ ਕੀ ਸੀ ਮਾਊਂਟ ਬੇਟਨ Lord Mountain gave Mountbatten plan. ਉਹਨਾਂ ਨੇ ਕੀ ਕਿਹਾ ਐਕਸੈਪਟ ਕਰ ਲਿਆ 2 nation theory. ਉਹਨਾਂ ਨੇ ਡਿਕਲੇਅਰ ਕਰਤਾ ਕਿ ਇੰਡੀਆ ਐਂਡ ਪਾਕਿਸਤਾਨ ਆਰ ਸੈਪਰੇਟ ਕੰਟਰੀਜ਼ ਕਦੋਂ ਇਹਨਾਂ ਨੇ ਡਿਕਲੇਅਰ ਕੀਤਾ ਸੀ ਔਨ 3 ਜੂਨ 1947 ਬਟ ਇਹ ਲਾਗੂ ਕਦੋਂ ਹੋਇਆ ਮਤਲਬ ਇਫੈਕਟ 'ਚ ਕਦੋਂ ਆਇਆ 15 ਅਗਸਤ 1947 'ਚ Independence Act of 1947
ਫਿਰ ਕੀ ਹੋਊਗਾ, ਇੰਡੀਪੈਂਡੈਂਸ ਐਕਟ ਹੋਇਆ 1947 ਦਾ, ਜਿਸ ਦੇ ਵਿੱਚ ਆਪਾਂ ਨੇ ਬਹੁਤ ਕੁਝ ਕੀਤਾ। ਉਹਦੇ ਵਿੱਚ ਸਭ ਤੋਂ ਉੱਪਰ ਇੰਡੀਪੈਂਡੈਂਸ ਮੰਗੀ। ਹੁਣ ਜਿਹੜਾ ਮਾਊਂਟਬੇਟਨ ਸੀਗੇ ਉਹਨਾਂ ਨੇ ਕੀ ਕਿਹਾ ਕਿ ਚਲੋ ਆਪਾਂ ਪਾਕਿਸਤਾਨ ਔਰ ਇੰਡੀਆ ਨੂੰ ਦੋਨਾਂ ਨੂੰ ਸਪਰੇਟ ਕੰਟਰੀ ਬਣਾਤਾ। ਉਸ ਤੋਂ ਬਾਅਦ ਆਪਾਂ ਗਏ ਕਲੀਮੈਂਟ ਐਟਲੀ ਉਹਨਾਂ ਕੋਲ ਗਏ। ਉਹਨਾਂ ਨੇ ਕਿਹਾ ਕਿ ਹਾਂ ਠੀਕ ਹੈ, ਆਪਾਂ ਤੁਹਾਡਾ ਜਿਹੜਾ ਇੰਡੀਆ ਆਜ਼ਾਦ ਹੋ ਜਾਊਗਾ 30 ਜੂਨ 1948 ਤੱਕ, ਮਤਲਬ 30 ਜੂਨ 1948 ਤੱਕ ਕਹਿੰਦੇ ਆਜ਼ਾਦ ਹੋ ਜਾਊਗਾ ਤੁਹਾਡਾ ਇਹ। ਇਹਨਾਂ ਨੇ ਕਿਹਾ ਕਦੋਂ ਸੀ ਇਹ? 5 ਜੁਲਾਈ 1947 ਨੂੰ, ਮਤਲਬ 3 ਜੂਨ ਇਨ 1947 ਮਾਊਂਟਬੇਟਨ ਗੇਵ, ਇਹਨਾਂ ਨੇ ਪਲਾਨ ਦਿੱਤਾ ਸੀਗਾ, ਮਤਲਬ ਪਾਕਿਸਤਾਨ ਔਰ ਇੰਡੀਆ ਅਲੱਗ ਹੋ ਚੁੱਕੇ ਆ 3 ਜੂਨ 1947 ਇਹਨਾਂ ਨੇ ਡਿਕਲੇਅਰ ਕਰਤਾ ਸੀ, ਮਤਲਬ ਹੋ ਚੁੱਕਿਆ। ਉਸ ਤੋਂ ਬਾਅਦ ਆਪਾਂ ਗਏ ਹੈ 5 ਜੁਲਾਈ ਨੂੰ 1947 ਨੂੰ ਕਲੈਮੈਂਟ ਇਟਲੀ ਕੋਲ। ਉਹਨਾਂ ਨੇ ਕਿਹਾ ਕਿ ਹਾਂ ਠੀਕ ਹੈ, ਆਪਣਾ ਇੰਡੀਆ ਜਿਹੜਾ 30 ਜੂਨ 1948 ਤੱਕ ਹੋ ਚੁੱਕਾ। ਆਈਡੀਆ ਲਾ ਕੇ ਦੱਸਦਾ ਕਿ ਅਗਲੇ ਸਾਲ ਤੱਕ ਹੋ ਚੁੱਕਾ, ਠੀਕ ਹੈ। ਉਸ ਤੋਂ ਬਾਅਦ ਕੀ ਹੁੰਦਾ ਹੈ, ਉਸੀ ਮਹੀਨੇ ਦੀ 18 ਜੁਲਾਈ 1947 George VI dropped the title of Emperor of India। ਹੁਣ ਜਾਣਾ ਤਾਂ ਪੈਣਾ ਹੀ ਸੀ। ਉਹਨੇ ਕੀ ਕੀਤਾ ਕਿ ਜੋਰਜ ਜਿਹੜਾ 6 ਸੀਗਾ ਉਹਨੇ ਆਪਣਾ ਜਿਹੜਾ ਟਾਈਟਲ ਸੀ ਡ੍ਰੌਪ ਕਰਤਾ, ਦੇਤਾ, ਵਾਪਸ ਕਰਤਾ ਆਪਣਾ ਡ੍ਰੌਪ ਟਾਈਟਲ। ਐਂਡ ਫਾਈਨਲੀ ਕਰਾਊਨ ਪਾਸਡ ਫ੍ਰੀ ਇੰਡੀਆ। 18 ਜੁਲਾਈ 1947 ਨੂੰ ਅਨਾਊਂਸ ਕਰਤਾ ਕਰਾਊਨ ਨੇ ਕਿ ਫ੍ਰੀ ਇੰਡੀਆ ਇਜ਼ ਅ ਫ੍ਰੀ ਕੰਟਰੀ। ਇਹਨੇ ਕੀ ਕਿਹਾ ਸੀ ਆਪਣੇ ਕਲਾਈਮੇਟ ਇਟਲੀ ਨੇ? ਕਹਿੰਦਾ ਅਗਲੇ ਸਾਲ ਤੱਕ ਹੋਊਗਾ। ਉਹਨੇ ਕਿਹਾ ਸੀ ਆਪਾਂ ਨੂੰ 18 ਜੁਲਾਈ ਨੂੰ, ਉਹਨੇ ਕਿਹਾ ਸੀ ਆਪਾਂ ਨੂੰ 5 ਜੁਲਾਈ ਨੂੰ, ਬਟ ਉਸ ਤੋਂ ਹੀ 13 ਡੇਜ਼ ਦੇ ਬਾਅਦ ਕਰਾਊਨ ਨੇ ਪਾਸ ਕਰਤਾ ਕਿ ਇੰਡੀਆ ਇਜ਼ ਅ ਫ੍ਰੀ ਕੰਟਰੀ। ਦੈਨ ਇੰਡੀਆ ਕਦੋਂ ਬਣਿਆ? 15 ਅਗਸਤ 1947। 15 ਅਗਸਤ 1947 ਨੂੰ ਇੰਡੀਆ ਬਣ ਗਿਆ ਸੀਗਾ। ਇੰਡੀਆ ਕਦੋਂ ਬਣਿਆ? 15 ਅਗਸਤ 1947। 15 ਅਗਸਤ 1947 ਨੂੰ ਇੰਡੀਆ ਬਣਿਆ ਸੀ। ਐਂਡ 14 ਨਵੰਬਰ 11:59 11:30 14 ਅਗਸਤ 1947 11:30 PM ਪਾਕਿਸਤਾਨ ਬਣਿਆ ਡਿਊ ਟੂ ਸੈਪਰੇਸ਼ਨ ਆਫ ਪਾਕਿਸਤਾਨ। ਹੁਣ ਪਾਕਿਸਤਾਨ ਅਲੱਗ ਹੋ ਗਿਆ। ਜਦੋਂ ਆਪਣੀ ਕੰਸਟੀਟਿਊਸ਼ਨ ਅਸੈਂਬਲੀ ਬਣੀ ਸੀ ਉਹਦੇ ਵਿੱਚ ਪਾਕਿਸਤਾਨ ਦੇ ਵੀ ਮੈਂਬਰ ਸੀਗੇ ਅਤੇ ਇੰਡੀਆ ਦੇ ਵੀ ਮੈਂਬਰ ਸੀ। ਹੁਣ ਪਾਕਿਸਤਾਨ ਹੋ ਗਿਆ ਵੱਖ। ਹੁਣ ਆਪਣੇ ਜਿਹੜੇ ਪਾਕਿਸਤਾਨ ਦੇ ਮੈਂਬਰ ਸੀ ਉਹ ਤਾਂ ਚਲੇ ਗਏ। ਹੁਣ ਕੰਸਟੀਟਿਊਸ਼ਨ ਅਸੈਂਬਲੀ ਦੇ ਮੈਂਬਰਸ ਤੋਂ ਵੀ ਕੁਛ ਨਾ ਕੁਛ ਹੋਇਆ ਹੋਊਗਾ। ਤਾਂ ਕੀ ਹੋਇਆ ਹੈ? ਟੋਟਲ ਮੈਂਬਰ ਕਿੰਨੇ ਸੀ? ਟੋਟਲ ਮੈਂਬਰ ਸੀ 389। ਕੰਸਟੀਟਿਊਸ਼ਨ ਅਸੈਂਬਲੀ ਦੇ ਵਿੱਚ 389 ਟੋਟਲ ਮੈਂਬਰ ਸੀ। ਹੁਣ ਕਿੰਨੇ ਰਹਿ ਗਏ? 299। ਠੀਕ ਹੈ। ਲੈਜਿਸਲੇਟਿਵ ਅਸੈਂਬਲੀ ਆਫ ਪ੍ਰੋਵਿੰਸ਼ੀਅਲ ਸਟੇਟ ਕਿੰਨੇ ਸੀ? 292। ਕਿੰਨੀ ਸਟੇਟ ਸੀਗੀਆਂ? 292। ਹੁਣ ਕਿੰਨੇ ਰਹਿ ਗਈਆਂ? 226। 292 ਸੀ 226 ਰਹਿ ਗਈਆਂ। 292 ਸੀ 226 ਰਹਿ ਗਈਆਂ। ਠੀਕ ਹੈ। ਪ੍ਰਿੰਸਲੀ ਸਟੇਟ ਕਿੰਨੀਆਂ ਸੀ? 93। ਹੁਣ ਕਿੰਨੀ ਰਹਿ ਗਈਆਂ? 70। 93 ਸੀ 70 ਰਹਿ ਗਈਆਂ। ਚੀਫ ਕਮਿਸ਼ਨਰੀ ਸਟੇਟ 4 ਸੀਗੀਆਂ, ਹੁਣ ਰਹਿ ਗਈਆਂ 3। ਪਹਿਲਾਂ ਕੀ ਸੀ? ਦਿੱਲੀ, ਅਜਮੇਰ, ਮੇਵਾੜ, ਕੁਰਗ, ਬਲੋਚਿਸਤਾਨ ਨੂੰ ਕੱਟ ਦੋ, 3 ਰਹਿ ਗਈਆਂ। ਦੁਬਾਰਾ ਰਿਪੀਟ। ਟੋਟਲ ਮੈਂਬਰ ਕਿੰਨੇ ਸੀ? 389। ਹੁਣ ਕਿੰਨੇ ਰਹਿ ਗਏ? 299। ਓਕੇ। ਸਟੇਟਸ ਕਿੰਨੀਆਂ ਸੀ? 292 ਐਂਡ ਹੁਣ ਕਿੰਨੀ ਹੈ? 226। ਓਕੇ। 93 ਪ੍ਰਿੰਸਲੀ ਸਟੇਟ ਸੀਗੀਆਂ, ਹੁਣ ਕਿੰਨੀ ਹੈ? 70 ਔਰ 4 ਸੀਗੇ ਚੀਫ ਕਮਿਸ਼ਨਰੀ ਸਟੇਟ, ਹੁਣ ਕਿੰਨੀ ਹੈ? 3। ਓਕੇ। ਟੋਟਲ ਵੂਮਨ ਮੈਂਬਰ ਇਨ ਕੰਸਟੀਟਿਊਸ਼ਨ ਅਸੈਂਬਲੀ। ਹੁਣ ਇਹ ਤਾਂ ਨਹੀਂ ਹੈਗਾ ਕਿ ਸਾਰੇ ਬੰਦੇ ਹੀ ਹੋਣਗੇ, ਉਹਨਾਂ ਵਿੱਚ ਕੁੜੀਆਂ ਵੀ ਹੋਣਗੀਆਂ। ਟੋਟਲ ਵੂਮੈਨਸ ਕਿੰਨੀਆਂ ਸੀਗੀਆਂ ਕੰਸਟੀਟਿਊਸ਼ਨ ਅਸੈਂਬਲੀ 'ਚ? 15, ਮਤਲਬ 15। ਫਸਟ ਲੇਡੀ ਮੈਂਬਰ ਆਫ ਕੰਸਟੀਟਿਊਸ਼ਨ ਅਸੈਂਬਲੀ ਇਜ਼ ਬੇਗਮ ਅਜ਼ਿਆਜ਼ ਰਸੂਲ, ਮੁਸਲਿਮ ਸੀਗੀ, ਬੇਗਮ ਅਜ਼ਿਆਜ਼ ਰਸੂਲ। ਫਸਟ ਲੇਡੀ ਗਵਰਨਰ ਆਫ ਇੰਡੀਆ, ਪਹਿਲੀ ਲੇਡੀ ਗਵਰਨਰ ਕੌਣ ਬਣੀ ਸੀ? ਸਰੋਜਨੀ ਨਾਇਡੂ। ਫਸਟ ਲੇਡੀ CM ਆਫ ਇੰਡੀਆ ਇਜ਼ ਸੁਚੇਤਾ ਕ੍ਰਿਪਲਾਨੀ। ਫਸਟ ਲੇਡੀ ਹੈਲਥ ਮਿਨਿਸਟਰ ਆਫ ਇੰਡੀਆ ਇਜ਼ ਰਾਜਕੁਮਾਰੀ ਡੇਮ ਬੀਬੀ ਜੀ ਅੰਮ੍ਰਿਤ ਕੌਰ। ਹੁਣ ਕੰਸਟੀਟਿਊਸ਼ਨ ਅਸੈਂਬਲੀ ਹੈ ਜਿਹੜੀ, ਉਹਦੇ ਵਿੱਚ 2 ਮੈਂਬਰ ਇਹੋ ਜਿਹੇ ਸੀਗੇ ਜਿਹੜੇ ਸਿਵਲ ਸਰਵੈਂਟ ਵੀ ਸੀਗੇ। ਉਹ ਕੌਣ ਸੀ? BN ਰਾਓ ਐਡਵਾਈਜ਼ਰ ਸੀਗੇ ਜਿਹੜੇ, ਔਰ SN ਮੁਖਰਜੀ ਜਿਹੜੇ ਚੀਫ ਡਰਾਫਟ ਆਫ ਕੰਸਟੀਟਿਊਸ਼ਨ ਅਸੈਂਬਲੀ।
Enactment of Constitution. First reading of Constitution. ਪਹਿਲੀ ਰੀਡਿੰਗ ਕਦੋਂ ਹੋਈ ਹੈ? ਫਸਟ ਰੀਡਿੰਗ ਕਦੋਂ ਹੋਈ ਸੀ ਆਪਣੀ? 1947 ਦੇ ਵਿੱਚ ਆਪਣਾ ਆਜ਼ਾਦ ਹੋਇਆ ਸੀ ਇੰਡੀਆ। 1947 ਦੇ ਵਿੱਚ 1947 ਦੇ ਵਿੱਚ ਆਪਣਾ ਆਜ਼ਾਦ ਹੋ ਗਿਆ ਸੀ ਇੰਡੀਆ। ਫਿਰ ਫਸਟ ਰੀਡਿੰਗ ਕਦੋਂ ਕੀਤੀ ਹੈ? ਉਸ ਤੋਂ ਬਾਅਦ ਹੀ ਬਣਾਉਣੇ ਨੇ ਕੰਸਟੀਟਿਊਸ਼ਨ ਸਟਾਰਟ ਕਰਤਾ ਸੀਗਾ। ਫਸਟ ਰੀਡਿੰਗ ਕਦੋਂ ਹੋਈ ਸੀ? ਨਵੰਬਰ 1947 ਟੂ ਫੈਬ 1948 ਤੱਕ ਚੱਲੀ ਹੈ। ਫਸਟ ਡਰਾਫਟ ਆਫ ਕੰਸਟੀਟਿਊਸ਼ਨ ਓਰੀਜਨਲ ਪ੍ਰੀਪੇਅਰਡ ਬਾਈ, ਜਿਹੜਾ ਪਹਿਲਾ ਡਰਾਫਟ ਸੀਗਾ ਓਰੀਜਨਲੀ ਕਿਹਨੇ ਪ੍ਰੀਪੇਅਰ ਕੀਤਾ ਸੀ? BN ਰਾਓ, ਜਿਹੜਾ ਆਪਣੇ ਸਿਵਲ ਸਰਵੈਂਟ ਵੀ ਸੀਗੇ, ਮਤਲਬ ਐਡਵਾਈਜ਼ਰ ਸੀ। ਸੈਕਿੰਡ ਰੀਡਿੰਗ ਕਦੋਂ ਹੋਈ ਸੀ? 1948 ਨਵੰਬਰ 'ਚ 1948 ਨਵੰਬਰ 'ਚ 15 ਨਵੰਬਰ 1948 15 ਨਵੰਬਰ 1948 15 ਨਵੰਬਰ 1948 ਐਂਡ ਥਰਡ ਰੀਡਿੰਗ 14 ਨਵੰਬਰ 1949 14 ਨਵੰਬਰ 1949 14 ਨਵੰਬਰ 1949 ਲਾਸਟ ਰੀਡਿੰਗ ਹੀ ਹੋਊਗੀ ਕਿਉਂਕਿ ਆਪਣੇ 26 ਨੂੰ ਤਾਂ 26 ਨਵੰਬਰ ਨੂੰ ਤਾਂ ਬਣ ਕੇ ਤਿਆਰ ਹੋ ਗਿਆ ਸੀ ਆਪਣਾ ਕੰਸਟੀਟਿਊਸ਼ਨ। Constitution Assembly adopted Constitution on 26 November 1949, 2 year 11 month and 18 days ਲੱਗੇ ਸੀਗੇ ਇਸ ਨੂੰ ਤਿਆਰ ਕਰਨ 'ਚ। ਟੋਟਲ ਸੈਸ਼ਨ ਫॉर ਰਾਈਟ ਕੰਸਟੀਟਿਊਸ਼ਨ ਅਲੱਗ-ਅਲੱਗ ਸੈਸ਼ਨ ਹੋਏ ਸੀ। 11 ਸੈਸ਼ਨ 165 days 11 ਸੈਸ਼ਨ 165 days। ਲਾਸਟ ਮੀਟਿੰਗ ਲਾਸਟ ਸੈਸ਼ਨ ਕਦੋਂ ਹੋਇਆ ਹੋਊਗਾ? 24 ਜਨਵਰੀ 1950। ਸਾਈਨਡ ਔਨ ਕੰਸਟੀਟਿਊਸ਼ਨ ਅਸੈਂਬਲੀ, ਮਤਲਬ ਕਿੰਨੇ ਸਾਈਨ ਕੀਤੇ ਸੀ? 284 ਮੈਂਬਰਸ ਨੇ 284 ਮੈਂਬਰਸ ਨੇ ਸਾਈਨ ਕੀਤਾ ਸੀ। ਕਿੰਨੇ ਰਹਿ ਗਏ ਸੀ ਆਪਣੇ ਕੋਲ ਮੈਂਬਰ ਟੋਟਲ? 299। ਉਹਨਾਂ ਵਿੱਚੋਂ ਕਿਹਨਾਂ ਨੇ ਸਾਈਨ ਕੀਤਾ? 284। ਕਿੰਨੇ ਨੇ ਨਹੀਂ ਕੀਤਾ? 15 ਨੇ ਨਹੀਂ ਕੀਤਾ। ਫਸਟ ਸਾਈਨ ਕਿਹਦਾ ਸੀ? ਡਾਕਟਰ ਰਾਜਿੰਦਰ ਪ੍ਰਸਾਦ ਦਾ। ਵਾਈ? ਡਾਕਟਰ ਰਾਜਿੰਦਰ ਪ੍ਰਸਾਦ was the first president of our India. And last sign was Firoz Khan. Firoz Khan, who was Firoz Khan? Who was Firoz Khan? Firoz Khan was the husband of Indira Gandhi. Okay, enforcement of constitution. Enforcement of constitution. ਕੀ ਹੋਇਆ ਸੀ? 26 ਜਨਵਰੀ 1950। ਇਹਦੇ ਵਿੱਚ ਆਪਣੇ ਕਿੰਨੇ ਸੀਗੇ? 22 parts 22 parts ਸੀਗੇ 22 parts 395 articles and 8 schedules 22 parts 395 articles and 8 schedules but present कितने हैं 25 parts 470 articles and 12 schedules 25 parts 470 articles and 12 schedules 25 parts 470 articles and 12 schedules. Part 4A, fundamental duties part 4A ਦੇ ਵਿੱਚ ਕੀ ਹੈ? fundamental duties। part 9A ਦੇ ਵਿੱਚ ਕੀ ਹੈ? municipal corporation। part 9B ਦੇ ਵਿੱਚ ਕੀ ਹੈ? cooperative society। present schedule 12। 26 November celebrate as every year। 26 November ਹੁਣ ਜਿਹੜਾ 26 ਨਵੰਬਰ ਨੂੰ ਆਪਣਾ ਇਹ ਬਣ ਕੇ ਤਿਆਰ ਹੋ ਗਿਆ ਸੀਗਾ ਹੈ ਨਾ ਕੰਸਟੀਟਿਊਸ਼ਨ, ਅਤੇ ਆਪਾਂ ਨੇ ਉਸ ਦਿਨ ਨੂੰ ਯਾਦ ਨਹੀਂ ਕੀਤਾ। ਮਤਲਬ ਆਪਾਂ ਨੇ ਆਪਣਾ ਜਿਹੜਾ ਕੰਸਟੀਟਿਊਸ਼ਨ ਉਹ ਲਾਗੂ ਤਾਂ ਕਿੰਨੇ ਨੂੰ ਕੀਤਾ ਆਪਾਂ ਨੇ? 26 ਜਨਵਰੀ 1950। ਬਟ 26 ਨਵੰਬਰ ਨੂੰ ਆਪਾਂ ਨੇ ਕੁਝ ਕਰਨਾ ਸੀਗਾ। ਕੀ ਕੀਤਾ ਜਾਊਗਾ? ਲੋ ਡੇ। ਆਪਾਂ ਉਸ ਦਿਨ ਮਨਾਉਂਦੇ ਸੀ ਲੋ ਡੇ। 2015 ਤੱਕ ਲੋ ਡੇ ਮਨਾਇਆ ਜਾਂਦਾ ਸੀ 1947 ਤੋਂ ਲੈ ਕੇ 2015 ਤੱਕ। ਬਟ ਕੀ ਹੋਇਆ ਹੁਣ? ਕੀ ਕੀਤਾ ਆਪਾਂ ਨੇ? 2015 ਤੋਂ ਲੈ ਕੇ ਆਪਾਂ ਨੇ ਲੋ ਡੇ ਮਨਾਉਣਾ ਸਟਾਰਟ ਕੀਤਾ। ਲੋ ਡੇ ਕਿਸ ਨੂੰ ਮਨਾਉਂਦੇ ਆ? 26 ਨਵੰਬਰ ਨੂੰ। ਓਕੇ। 58th amendment 1987 58th amendment 1987 58th amendment 1987 ਇਹਦੇ ਵਿੱਚ ਕੀ ਹੋਇਆ ਸੀ? provided for an authoritative text of the constitution in Hindi। ਕਹਿੰਦੇ ਹੁਣ ਆਪਾਂ ਇਸ ਨੂੰ ਜਿਹੜਾ ਇੰਗਲਿਸ਼ ਵਰਜ਼ਨ ਹੈ ਇਹਨੂੰ ਆਪਾਂ ਟਰਾਂਸਲੇਟ ਕਰ ਸਕਦੇ ਹਾਂ। amendment feature borrowed from South Africa।
ਪਹਿਲਾਂ ਤਾਂ ਇਸ 'ਚ ਆਪਣਾ ਫੀਚਰ ਹੀ ਨਹੀਂ ਸੀਗਾ ਕਿ ਆਪਾਂ ਇਸ 'ਚ ਕੁਝ ਚੇਂਜ ਵੀ ਕਰ ਸਕਦੇ ਆ। ਆਪਾਂ ਨੇ ਜਿਹੜਾ ਫੀਚਰ ਹੈ ਬੋਰਡ ਕੀਤਾ ਹੈ ਕਿਸ ਤੋਂ, ਸਾਊਥ ਅਫਰੀਕਾ ਤੋਂ। 1951 ਵਾਸ ਫਸਟ ਅਮੈਂਡਮੈਂਟ, ਸਭ ਤੋਂ ਪਹਿਲੀ ਅਮੈਂਡਮੈਂਟ ਕਦੋਂ ਹੋਈ ਫਿਰ? 1950 'ਚ ਆਪਣਾ ਤਿਆਰ ਹੋ ਗਿਆ, 1951 ਦੇ ਵਿੱਚ ਆਪਣੀ ਫਸਟ ਅਮੈਂਡਮੈਂਟ ਹੋਈ। ਲੈਂਡ ਰਿਫੋਰਮਸ ਐਂਡ ਅਬੋਲਿਸ਼ਡ ਜ਼ਿੰਮੇਦਾਰੀ ਸਿਸਟਮ, ਲੈਂਡ ਰਿਫੋਰਮਸ ਐਂਡ ਅਬੋਲਿਸ਼ਡ ਜ਼ਿੰਮੇਦਾਰੀ ਸਿਸਟਮ। ਇੰਡੀਆ ਕੰਸਟੀਟਿਊਸ਼ਨ ਸਮ ਐਜ਼ ਬ੍ਰਿਟੇਨ ਕੰਸਟੀਟਿਊਸ਼ਨ, ਕਿਹਦੇ ਵਰਗਾ ਇਹ? ਬ੍ਰਿਟੇਨ ਦੇ ਕੰਸਟੀਟਿਊਸ਼ਨ ਵਰਗਾ। टोटल कमेटीज कितनी है? 22, बट मेजर कमेटीज 8। यूनियन कॉन्स्टिट्यूशन कमेटी, यूनियन पावर स्टेट कमेटी, पंडित जवाहरलाल नेहरू इन्हों दे चेयरमैन सी। रूल ऑफ प्रोसीजर कमेटी एंड स्टीयरिंग कमेटी दे चेयरमैन डॉक्टर राजेंद्र प्रसाद। प्रोविंशियल कमेटी एंड एडवाइजरी कमेटी सरदार वल्लभ भाई पटेल। एंड ड्राफ्टिंग कमेटी was the main committee which has 7 members. The chairman of the drafting committee was Dr. B.R. Ambedkar, N. Gopalswamy Iyer, Krishan Swamy Iyer, K.M. Munshi, Syed Muhammad Sadullah, N. Madhav Rao, T. Krishan Mashari. Then reorganization of states, reorganization of states, reorganization of states. रीऑर्गेनाइजेशन मीन मतलब स्टेट्स ਨੂੰ ਦੁਬਾਰਾ ਰੀਆਰਗੇਨਾਈਜ਼ ਕਰਨਾ। ਰੀਆਰਗੇਨਾਈਜ਼ ਕਰਨਾ ਆਪਣੇ ਸਟੇਟ ਨੂੰ ਕਿਵੇਂ ਕਰੋਗੇ? ਲੈਟ ਮੀ ਐਕਸਪਲੇਨ। ਰੀਆਰਗੇਨਾਈਜ਼ ਕਿਸੇ ਬੇਸ ਤੇ ਹੋਊਗਾ, ਜਾਂ ਤਾਂ ਏਰੀਆ ਦੇ ਬੇਸਿਸ ਤੇ, ਜਾਂ ਹੋਊਗਾ ਲੈਂਗੁਏਜ ਦੇ ਬੇਸਿਸ ਤੇ, ਕਿਸੇ ਤਾਂ ਬੇਸਿਸ ਤੇ ਹੋਊਗਾ ਨਾ। ਠੀਕ ਹੈ, ਦੇਖਦੇ ਆ ਕਿਵੇਂ ਹੋਇਆ ਸੀ ਆਪਣਾ। ਲੈਂਗੁਏਜ ਇਜ਼ ਦ ਬੇਸ ਆਫ ਰੀਆਰਗੇਨਾਈਜੇਸ਼ਨ ਸਟੇਟ। ਜਿਹੜੀ ਲੈਂਗੁਏਜ ਆਫ ਬੇਸ ਹੈ ਰੀਆਰਗੇਨਾਈਜੇਸ਼ਨ ਸਟੇਟਸ ਦੀ, ਮਤਲਬ ਜਿਹੜੀ ਆਪਣੀ ਇਹ ਹੋਈ ਹੈ ਰੀਆਰਗੇਨਾਈਜੇਸ਼ਨ ਆਫ ਸਟੇਟਸ ਹੋਈ ਹੈ ਕਿਹਦੇ ਬੇਸ 'ਤੇ ਹੋਈ ਹੈ? ਲੈਂਗੁਏਜ 'ਤੇ। ਮਤਲਬ ਇੱਕ ਜਿਹੜੀ ਸਟੇਟ ਹੋਊਗੀ ਉਸਦੀ ਇੱਕ ਲੈਂਗੁਏਜ ਹੋਊਗੀ। ਇਟਸ ਅ ਗੁੱਡ ਆਈਡੀਆ। ਐਸ ਕੇ ਆਧਾਰ ਕਮਿਸ਼ਨ, ਸਭ ਤੋਂ ਪਹਿਲਾਂ ਕੀ ਆਈ ਸੀ? ਐਸ ਕੇ ਆਧਾਰ ਕਮਿਸ਼ਨ, ਜਿਹਦੇ ਚੇਅਰਮੈਨ ਕੌਣ ਸੀ? ਆਧਾਰ, ਐਸ ਕੇ ਆਧਾਰ। ਕਦੋਂ ਆਈ ਸੀ? 17 ਜੂਨ 1948, 17 ਜੂਨ 1948, 17 ਜੂਨ 1948, 17 ਜੂਨ 1948। ਐਸ ਕੇ ਆਧਾਰ ਕਮਿਸ਼ਨ। ਪਾਕਿਸਤਾਨ ਵੱਖ ਹੋ ਗਿਆ 1947 'ਚ। ਉਸ ਤੋਂ ਬਾਅਦ ਹੁਣ ਆਪਣੀ ਜਿਹੜੀ ਸਟੇਟਸ ਬਣ ਗਈਆਂ, ਕੁਛ ਤਾਂ ਇਹਨਾਂ ਦਾ ਹੋਊਗਾ ਕਿਉਂਕਿ ਇੱਧਰ ਉੱਧਰ ਹੋਇਆ ਪਿਆ ਸੀ ਸਭ ਕੁਛ, ਤਾਂ ਕਰਕੇ ਐਸ ਕੇ ਆਧਾਰ ਕਮਿਸ਼ਨ ਆਈ 1948 ਦੇ ਵਿੱਚ। ਸਾਰਾ ਮਤਲਬ ਨਾ ਇਹ ਸਾਰਾ ਜ਼ਿਆਦਾਤਰ ਗਰਮੀਆਂ 'ਚ ਆਉਂਦੇ ਸੀ। ਜੂਨ 'ਚ ਆਈ ਹੈ 17 ਜੂਨ 1948 ਦੇ ਵਿੱਚ ਐਸ ਕੇ ਆਧਾਰ ਕਮਿਸ਼ਨ ਆਉਂਦੀ ਹੈ, ਜਿਹਦੇ ਚੇਅਰਮੈਨ ਸੀ ਐਸ ਕੇ ਆਧਾਰ। ਟੋਟਲ ਮੈਂਬਰ ਕਿੰਨੇ ਸੀ? 3। रिटायर्ड जज ऑफ इलाहाबाद हाई कोर्ट, एस के आधार कौन सी? रिटायर्ड जज ऑफ इलाहाबाद कोर्ट, इलाहाबाद कोर्ट। जगत नारायण, ये फेलियर रही है, मतलब ਇਹਦਾ ਕੋਈ ਨਿਕਲਿਆ ਨਹੀਂ। ਲੈ ਕੇ ਤਾਂ ਆਏ ਸੀਗੇ ਆਪਣਾ, ਮਤਲਬ ਐਸ ਕੇ ਆਧਾਰ ਕਮਿਸ਼ਨ ਲੈ ਕੇ ਆਏ, ਬਟ ਇਹਦਾ ਕੋਈ ਰਿਜ਼ਲਟ ਨਹੀਂ ਨਿਕਲਿਆ, ਫੇਲੀਅਰ ਰਹੀ ਇਹ। ਉਸ ਤੋਂ ਬਾਅਦ ਆਈ JVP ਕਮਿਸ਼ਨ। JVP ਕਮਿਸ਼ਨ ਆਈ ਦਸੰਬਰ 1948 ਦੇ ਵਿੱਚ, ਉਸੇ ਸਾਲ 'ਚ ਆ ਗਈ। ਟੋਟਲ ਕਿੰਨੇ ਮੈਂਬਰ ਸੀ? 3। ਜੇ ਤੋਂ ਜਵਾਹਰ ਲਾਲ ਨਹਿਰੂ, V ਤੋਂ ਸਰਦਾਰ ਵੱਲਭ ਭਾਈ ਪਟੇਲ, P ਤੋਂ ਪੋਟਾ ਭਾਈ ਸੀਤਾ ਰਾਮਾਇਣ। Submit their report April 1948. Reject the theory of language on the basis reorganization state. Reject the theory of language, ਇਹਨਾਂ ਨੇ ਰਿਜੈਕਟ ਕਰਤੀ, ਕਹਿੰਦੇ ਅਸੀਂ ਨਹੀਂ ਬਈ, ਅਸੀਂ ਲੈਂਗੁਏਜ ਦੇ ਬੇਸਿਸ 'ਤੇ ਸਟੇਟਸ ਬਣਨ ਹੀ ਨਹੀਂ ਦੇਣੀਆਂ। ਜਿਹੜੇ ਪੰਡਿਤ ਜਵਾਹਰ ਲਾਲ ਨਹਿਰੂ ਸੀ ਉਹ ਚਾਹੁੰਦੇ ਸੀਗੇ ਕਿ ਯੂਨਿਟੀ ਹੋਵੇ, ਕੰਟਰੀਜ਼ 'ਚ ਯੂਨਿਟੀ ਹੋਵੇ, ਕਿ ਮਤਲਬ ਅਗਰ ਆਪਾਂ ਲੈਂਗੁਏਜ ਦੇ ਬੇਸਿਸ 'ਤੇ ਆਪਾਂ ਅੱਡ ਅੱਡ ਹੋ ਗਏ, ਮਤਲਬ ਇੱਕ ਸਟੇਟ ਸਿਰਫ ਇੱਕੋ ਤਰ੍ਹਾਂ ਦੇ ਲੋਕ ਹੋਣਗੇ, ਦੂਜੀ ਸਟੇਟ 'ਚ ਇੱਕੋ ਤਰ੍ਹਾਂ ਦੇ ਹੋਣਗੇ, ਵੀ ਭਾਈਚਾਰਾ ਖਤਮ ਹੋਊਗਾ। ਤਾਂ ਕਰਕੇ ਚਾਹੁੰਦੇ ਸੀਗੇ ਕਿ ਨਾ ਹੋਵੇ, ਲੈਂਗੁਏਜ ਬੇਸਿਸ 'ਤੇ ਨਾ ਹੋਵੇ। ਇਹ ਵੀ ਮਤਲਬ ਫੇਲ ਹੀ ਗਈ ਹੈ, ਨਹੀਂ ਹੋਇਆ ਇਸ ਤੋਂ ਵੀ। ਫਿਰ ਪੋਟੀ ਰਾਮ ਸ਼੍ਰੀਮੱਲੂ ਇਹ ਆਏ, ਇਹਨਾਂ ਨੇ ਕੀ ਕੀਤਾ? ਹੰਗਰ ਸਟ੍ਰਾਈਕ ਕੀਤੀ, 56 ਡੇਜ਼ ਦੀ ਹੰਗਰ ਸਟ੍ਰਾਈਕ ਕੀਤੀ। ਇਹਨਾਂ ਦੀ ਹੰਗਰ ਸਟ੍ਰਾਈਕ ਕੀਤੀ, 56 ਦਿਨ ਭੁੱਖੇ ਰਹੇ ਇਹ। ਫਿਰ ਇਹਨਾਂ ਦੀ ਕੀ ਹੋਈ? ਡੈਥ ਹੋ ਗਈ। ਡੈਥ ਹੋਈ ਕਦੋਂ ਹੈ? 15 ਦਸੰਬਰ 1952।
ਕਦੋਂ ਦੀ ਚੱਲ ਰਹੀ ਹੈ ਕਮਿਸ਼ਨਸ 1948 ਤੋਂ ਲੈ ਕੇ 1952 ਦੇ ਵਿੱਚ 1952 ਦੇ ਵਿੱਚ ਆਪਣੀ ਆਖਿਰ ਡੈਥ ਹੁੰਦੀ ਹੈ, ਮਤਲਬ 4 ਸਾਲ ਦਾ ਸੰਘਰਸ਼, ਡੈਥ ਹੋ ਗਈ। ਠੀਕ ਹੈ, ਫਿਰ ਹੁਣ ਕੁਛ ਤਾਂ ਕਰਨਾ ਸੀ ਨਾ, 1952 'ਚ ਡੈਥ ਹੋ ਗਈ। ਉਸ ਤੋਂ ਬਾਅਦ ਕੀ ਹੋਇਆ, ਹੁਣ ਸਰਕਾਰ ਕੰਮ ਕਰਨਾ ਪਊਗਾ ਕਿ ਹਾਂ ਦਬਾਅ ਬਣ ਗਿਆ ਉਹਨਾਂ 'ਤੇ। ਤਾਂ 14 ਸੈਪਟੈਂਬਰ ਮਤਲਬ ਚਿਲਡਰਨ ਡੇ ਵਾਲੇ ਦਿਨ ਨਹੀਂ, 14 ਸੈਪਟੈਂਬਰ 1953 ਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਅਨਾਊਂਸਡ ਹਿੰਦੀ ਓਫੀਸ਼ੀਅਲ ਲੈਂਗੁਏਜ। ਇਹਨਾਂ ਨੇ ਅਨਾਊਂਸ ਕਰਤਾ ਹਿੰਦੀ ਨੂੰ ਓਫੀਸ਼ੀਅਲ ਲੈਂਗੁਏਜ। ਠੀਕ ਹੈ, ਉਸ ਤੋਂ ਬਾਅਦ ਟਾਈਮ ਤਾਂ ਲੱਗੂਗਾ। 1 ਅਕਤੂਬਰ 1953 ਮਤਲਬ ਉਸ ਤੋਂ ਹੀ ਅਗਲੇ ਮਹੀਨੇ 'ਚ ਕੀ ਹੋਇਆ, 1 ਅਕਤੂਬਰ 1953 ਪ੍ਰੈਸ਼ਰਾਈਜ਼ ਗਵਰਨਮੈਂਟ ਟੂ ਫੋਰਸਡ ਮੇਕ ਸਟੇਟ ਔਨ ਲੈਂਗੁਇਸਟਿਕ ਬੇਸ। ਲੈਂਗੁਇਸਟਿਕ ਬੇਸ ਇਹਨਾਂ ਨੂੰ ਬਣਾਉਣੀ ਪਈ ਸਟੇਟ। ਫਸਟ ਸਟੇਟ ਕਿਹੜੀ ਬਣੀ ਫਿਰ, ਆਂਧਰਾ ਪ੍ਰਦੇਸ਼। ਆਂਧਰਾ ਪ੍ਰਦੇਸ਼ ਤੋਂ ਕੌਣ ਸੀ, ਪੋਟੀ ਰਾਮ ਸ਼੍ਰੀਮੱਲੂ। ਮੇਡ ਫਸਟ ਸਟੇਟ ਔਨ ਲਿੰਗੁਇਸਟਿਕ ਬੇਸ ਆਂਧਰਾ ਪ੍ਰਦੇਸ਼। ਤੇਲੁਗੂ ਸਪੋਕਨ, ਤੇਲੁਗੂ ਬੋਲਦੇ ਸੀਗੇ। ਸਟੇਟ ਮਦਰਾਸ ਸਪਰੇਟ ਫਰੋਮ ਆਂਧਰਾ ਪ੍ਰਦੇਸ਼। ਠੀਕ ਹੈ, ਫੈਜ਼ਲ ਅਲੀ ਕਮਿਸ਼ਨ ਆਇਆ। ਫੈਜ਼ਲ ਅਲੀ ਕਮਿਸ਼ਨ, ਹੁਣ ਕੋਈ ਕਮਿਸ਼ਨ ਬੈਠੂਗੀ ਉਹੀ ਤਾਂ ਸਾਰੇ ਸਟੇਟਸ ਬਣਾਉਗੀ, ਹੁਣ ਕੁਛ ਤਾਂ ਕਰਨਾ ਸੀ। ਫੈਜ਼ਲ ਅਲੀ ਕਮਿਸ਼ਨ ਬਿਠਾਤੀ ਦਸੰਬਰ 1953। 3 ਮੈਂਬਰਸ ਸੀਗੇ ਦੇ, ਫੈਜ਼ਲ ਅਲੀ, KN ਕੁੰਜਰੂ, KM ਪਾਨੀਕਰ। ਰਿਪੋਰਟ ਸਬਮਿਟ ਕੀਤੀ ਇਹਨਾਂ ਨੇ ਸੈਪਟੈਂਬਰ 1950 ਨੇ ਰਿਪੋਰਟ ਸਬਮਿਟ ਕੀਤੀ ਹੈ ਸੈਪਟੈਂਬਰ 1955 ਦੇ ਵਿੱਚ। ਉਸ ਤੋਂ ਬਾਅਦ 1956 ਦੇ ਵਿੱਚ ਸਟੇਟਸ ਬਣੀਆਂ ਲਿੰਗੁਇਸਟਿਕ ਬੇਸਡ। 14 ਸਟੇਟਸ ਬਣੀਆਂ ਸੀਗੀਆਂ ਅਤੇ 6 UTs। 7th ਅਮੈਂਡਮੈਂਟ ਹੋਈ ਸੀ 1956। ਇਹ ਵੀ ਹੈ। ਬਿਹਾਰ ਉੜੀਸਾ ਸੈਪਰੇਟ ਫਰੋਮ ਬੰਗਾਲ ਔਨ 22 ਮਾਰਚ। ਬਿਹਾਰ ਉੜੀਸਾ ਸੈਪਰੇਟ ਫਰੋਮ ਬੰਗਾਲ, ਬੰਗਾਲ ਦਾ ਪਾਰਟ ਸੀਗੇ ਇਹ ਬਿਹਾਰ ਅਤੇ ਉੜੀਸਾ। ਸੈਪਰੇਟ ਫਰੋਮ 22 ਮਾਰਚ 1912। 22 ਮਾਰਚ 1912 ਦੇ ਵਿੱਚ ਅਲੱਗ ਹੋ ਗਈ ਸੀ। ਫਸਟ ਲਿੰਗੁਇਸਟਿਕ ਸਟੇਟ ਆਫ ਬ੍ਰਿਟਿਸ਼ ਇੰਡੀਆ ਇਜ਼ ਬਿਹਾਰ ਐਂਡ ਉੜੀਸਾ। ਫਸਟ ਲਿੰਗੁਇਸਟਿਕ ਸਟੇਟ ਆਫ ਬ੍ਰਿਟਿਸ਼ ਇੰਡੀਆ, ਬ੍ਰਿਟਿਸ਼ ਇੰਡੀਆ ਦੀ ਫਸਟ ਸਟੇਟ ਕਿਹੜੀ ਸੀ, ਬਿਹਾਰ ਅਤੇ ਉੜੀਸਾ। ਅਸਾਮ ਸਪਰੇਟ ਫਰੋਮ ਬੰਗਾਲ। In 1874 Delhi separated from Punjab। ठीक है, ओल्ड नेम दिल्ली का दिल्ली, दिल्ली का दिल्ली। जबलपुर, कानपुर, यूनाइटेड प्रोविंस, यूपी, केरला, मध्य भारत, महाराष्ट्र, मद्रास तमिलनाडु, रोपड़ रूपनगर, मैसूर स्टेट कर्नाटका, लोकेडाइव लक्षद्वीप, वडोदरा, बॉम्बे मुंबई, मद्रास चेन्नई, कलकत्ता कोलकाता, पुडुचेरी उत्तरांचल उत्तराखंड, बेंगलुरु ओडिशा, इलाहाबाद प्रयागराज तो पहला नाम की सी इलाहाबाद, फैजाबाद अयोध्या, गुड़गांव औरंगाबाद समनगर। लीव इट।